वाहिगुरु साहिब जीओ। पन पन घड़िया घड़ घड़ भजै, टाहे उसारै उसरे टाहै। सर पर सुख है भी पर भुख है, समरथ वे परवाह है। परम भुलाने भये दीवाने, विण भागा क्या पाईऐ। गुरमुख ज्ञान डोरी प्रभ पकड़ी, जिन खिंचै तिन जाईऐ। हर गुण गाए सदा रंग राते, बहुड़ न पछोताईऐ। भबै भालह गुरमुख बूझह, तां निज घर वासा पाईऐ। भबै भौजल मार्ग विखड़ा, आस निराशा तरीऐ। गुर प्रसादी आपो चीनै, जीवतियाँ इव मरीऐ। भबै भौजल मार्ग विखड़ा, आस निराशा तरीऐ। गुर प्रसादी आपो चीनै, जीवतियाँ इव मरीऐ। वाहिगुरु जी का खालसा, वाहिगुरु जी की फतेह। सतगुरु दीन दुनिया दे मालिक सच्चे पातशाह, सर्ब कला समरथ, खंडा ब्रह्मंडा दे मालिक सतगुरु श्री गुरु ग्रंथ साहिब सच्चे पातशाह जी दे चरनां अंदर आप जी बड़े प्यार शरधा सहित शाम दे दीवान अंदर हाजरी भर के जीवन सफल कर रहे हो। गुरु नानक पातशाह जी दे मुखारबिंद तो उचारण की हुई पावन बाणी दखणी ओंकार, जिस अंदर सतगुरु सच्चे पातशाह गुरु नानक देव जी ने एक मंदिर दे पुजारी नाल गलबात करदियां उसनूं भटकण तो बचाउण वास्ते, क्योंकि उस दे कोल हज़ारां ही लोग सिक्ख्या लैण लई आउंदे सन ते सतगुरु गुरु नानक साहब जी ने ये जरूरी समझिया कि जिहड़ा व्यक्ति हज़ारां लोकां नाल जुड़िया है, जो सीधे मार्ग ते तुरेगा ते अपने नालदियां नूं भी रस्ता दिखा सकदा है। इस करके ये बाणी विच जिन्ने भी श्लोक उचारे गए ने, ये सारे दे सारे उस एक व्यक्ति नाल संबंधित ने और इन्हां उपदेशों के राही हर एक मनुख अपने जीवन के रस्ते तब्दील कर सकता है। भुले हुए भटके हुए मार्गों तो जिन्हां ते ये जगत खुआर हुंदा रहिंदा है, सतगुरु वो दरवाज़ा खोलते ने इस बाणी विच जिसनों हजूर ने मोख द्वार किया है। वो दूसरे दरवाजे बंद करते ने जेड़े दुखों नाल भरे ने और अकाल पुरख दे मार्ग की दस पाउंदे ने। जिवें कि जिस जगत दे अंदर असी निवास करने
ਇੱਥੇ ਜਿੱਦਣ ਦਾ ਅਸੀਂ ਜਨਮ ਲਿਆ ਇਸ ਤੋਂ ਪਹਿਲਾਂ ਸਾਡੇ ਕੋਲ ਇਸ ਜਗਤ ਦੀ ਕੋਈ ਜਾਣਕਾਰੀ ਨਹੀਂ। ਔਰ ਫਿਰ ਇੱਥੇ ਜਨਮ ਲੈਣ ਤੋਂ ਬਾਅਦ ਕੁਝ ਸਾਲ ਤਾਂ ਬਿਲਕੁਲ ਬਚਪਨ ਵਿੱਚ ਗੁਜ਼ਰਦੇ ਨੇ, ਜਿਹਨੂੰ ਕਬੀਰ ਸਾਹਿਬ ਕਹਿੰਦੇ ਨੇ 12 ਬਰਸ ਬਾਲਪਨ ਬੀਤੇ। ਆਮ ਤੌਰ 'ਤੇ ਮਨੁੱਖੀ ਜੀਵਨ ਦੇ ਪਹਿਲੇ 12 ਸਾਲ ਉਹ ਤਾਂ ਬਚਪਨ ਵਿੱਚ ਗੁਜ਼ਰ ਜਾਂਦੇ ਨੇ। 12 ਸਾਲਾਂ ਤੱਕ ਤੇ ਉਹਨੂੰ ਸਮਝ ਨਹੀਂ ਆਉਂਦੀ ਮੈਂ ਕਿੱਥੋਂ ਆਇਆ, ਇਹ ਕੀ ਹੈ, ਕਿਹੜਾ ਧਰਮ ਹੈ, ਕਿਹੜੀ ਜਾਤ, ਕਿਹੜੀ ਕੁਲ ਵਿੱਚ। 12 ਬਰਸ ਬਾਲਪਨ ਬੀਤੇ ਤੇ 12 ਤੋਂ ਅੱਗੇ ਜਿਹੜੀ ਉਮਰ ਹੈ 20 ਸਾਲ ਦੀ, 32 ਸਾਲ ਤੱਕ 20 ਬਰਸ ਕਛ ਤਪ ਨਾ ਕੀਓ। ਇਹਨਾਂ ਸਾਲਾਂ ਦੇ ਵਿੱਚ ਜਵਾਨੀ ਦਾ ਸਮਾਂ ਤੇ ਜਵਾਨੀ ਇੱਕ ਤਰ੍ਹਾਂ ਦੀ ਬਚਪਨ ਤੋਂ ਵੀ ਗਹਿਰੀ ਬੇਹੋਸ਼ੀ ਹੈ। ਜਵਾਨੀ ਦਾ ਨਸ਼ਾ, ਜਵਾਨੀ ਦੀ ਨੀਂਦ ਇਸ ਰਾਤ ਦੀ ਨੀਂਦ ਤੋਂ ਵੀ ਗਹਿਰੀ ਹੈ। ਬੜੇ ਘੱਟ ਲੋਕ ਨੇ ਜਿਹੜੇ ਇਸ ਧਨ ਜੋਬਨ ਪ੍ਰਭਤਾ ਕੈ ਮਦ ਮੈਂ ਐ ਨਿਸਰਹਿ ਦੀਵਾਨਾ, ਜਿਹੜੇ ਇਸ 12 ਤੋਂ 32 ਸਾਲ ਦੀ ਉਮਰ ਵਿੱਚ ਅੱਖ ਖੋਲ ਕੇ ਤੁਰਦੇ ਨੇ। ਨਹੀਂ ਤੇ ਆਮ ਤੌਰ 'ਤੇ ਇਸ ਉਮਰ ਵਿੱਚ ਇਹ ਅੱਖਾਂ 'ਤੇ ਬਹੁਤ ਕੰਮ ਕਰਦੀਆਂ ਨੇ। ਇਹ ਅੱਖਾਂ 'ਤੇ ਬੜੀਆਂ ਚੰਚਲ, ਬੜੀਆਂ ਤੇਜ਼ ਤਰਾਰ ਹੁੰਦੀਆਂ ਨੇ। ਪਰ ਇਹ ਜ਼ਿੰਦਗੀ ਦਾ ਨਿਯਮ ਹੈ, ਮਨੁੱਖ ਜਿੰਨਾ ਇਹਨਾਂ ਬਾਹਰਲੀਆਂ ਅੱਖਾਂ ਨਾਲ ਬਹੁਤਾ ਕੰਮ ਲੈਂਦਾ ਉਸੇ ਪਰਸੈਂਟੇਜ ਵਿੱਚ ਅੰਦਰਲੀ ਧਿਆਨ ਦੀ ਅੱਖ ਬੰਦ ਹੋ ਜਾਂਦੀ, ਅੰਦਰ ਦੀ ਜਾਗ ਖਤਮ ਹੋ ਜਾਂਦੀ ਹੈ ਤੇ ਮਨੁੱਖ ਸੌਂ ਜਾਂਦਾ। ਕਬੀਰ ਸਾਹਿਬ ਕਹਿੰਦੇ 20 ਬਰਸ ਕਛ ਤਪ ਨਾ ਕੀਓ, 30 ਬਰਸ ਕਛ ਦੇਵ ਨਾ ਪੂਜਾ। ਤੇ 32 ਤੋਂ ਅਗਲੇ 30 ਸਾਲ ਯਾਨੀ ਕਿ 62 ਸਾਲ ਤੱਕ ਕਦੀ ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ, ਕਦੀ ਅਕਾਲ ਪੁਰਖ ਨੂੰ ਚੇਤੇ ਨਹੀਂ ਕੀਤਾ। ਤੇ 62 ਸਾਲ ਤੋਂ ਅੱਗੇ ਬਸ ਅਗਲੀ ਉਮਰ ਵਿੱਚ ਕੀ ਹੈ? ਕਬੀਰ ਜੀ ਨੇ ਇੱਕ ਸ਼ਬਦ ਵਰਤਿਆ, ਪਛਤਾਵਾ। ਪਛਤਾਵੇ ਤੋਂ ਬਿਨਾਂ ਉਸ ਉਮਰ ਵਿੱਚ ਮਨੁੱਖ ਦੇ ਪੱਲੇ ਕੁਝ ਨਹੀਂ ਰਹਿੰਦਾ, ਕਿਉਂਕਿ ਜੋ ਕੁਝ ਉਹਨੇ ਜਵਾਨੀ ਵਿੱਚ ਖੱਟਣਾ ਕਮਾਉਣਾ ਸੀ ਉਹ ਕਰਕੇ ਵੇਖਿਆ, ਉਹਦੇ ਵਿੱਚੋਂ ਤ੍ਰਿਪਤੀ ਨਸੀਬ ਨਹੀਂ ਹੋਈ। ਉਹਦੇ ਉਲਟ ਜ਼ਿੰਦਗੀ ਦੀ ਸਾਰੀ ਸ਼ਕਤੀ ਛੀਨ ਹੋ ਗਈ, ਖਤਮ ਹੋ ਗਈ। ਮਨੁੱਖ ਜ਼ਿੰਦਗੀ ਆਰੰਭ ਕਰਦਾ ਕਾਹਦੇ ਵਾਸਤੇ? ਜ਼ਿੰਦਗੀ ਦੀ ਆਰੰਭਤਾ ਕਰਦਾ ਜੀਵਨ ਦੀ ਤ੍ਰਿਪਤੀ ਵਾਸਤੇ, ਮੈਂ ਰੱਜ ਜਾਵਾਂ। ਰਾਜਾ ਸ਼ਬਦ ਕਿੱਥੋਂ ਬਣਿਆ? ਰਜੇਵੇਂ ਤੋਂ। ਮਹਾਰਾਜਾ ਕਿੱਥੋਂ ਬਣਿਆ? ਜਿਹਦੇ ਕੋਲ ਬੜੀ ਵੱਡੀ ਤ੍ਰਿਪਤੀ ਹੈ। ਮਨੁੱਖ ਦੀ ਮੰਜ਼ਿਲ, ਇਹਦੀ ਲੋੜ ਹੈ ਸਾਡੀ ਕਿ ਇਸ ਜ਼ਿੰਦਗੀ ਦੇ ਵਿੱਚ ਰਹਿੰਦਿਆਂ ਭਾਈ ਗੁਰਦਾਸ ਜੀ ਸਫਲ ਮਨੁੱਖ ਕਿਹਨੂੰ ਕਹਿੰਦੇ ਨੇ? ਉਹ ਮਨੁੱਖ ਸਫਲ ਹੈ ਜਿਹੜਾ ਇਸ ਜਗਤ ਵਿੱਚ ਰਹਿੰਦਿਆਂ ਆਪਣੇ ਸਰੀਰ ਨੂੰ ਰਜਾ ਦੇਵੇ, ਆਪਣੇ ਮਨ ਨੂੰ ਰਜਾ ਦੇਵੇ, ਪੂਰੀ ਤਰ੍ਹਾਂ ਤ੍ਰਿਪਤ ਹੋ ਜਾਏ ਜ਼ਿੰਦਗੀ। ਕਿਉਂਕਿ ਜੇ ਜ਼ਿੰਦਗੀ ਤ੍ਰਿਪਤ ਹੋਣ ਤੋਂ ਪਹਿਲਾਂ ਮੌਤ ਹੋ ਗਈ ਤੇ ਬੜਾ ਭਟਕਣਾ ਪਏਗਾ, ਬਹੁਤ ਵੱਡਾ ਦੁੱਖ ਪੈਦਾ ਹੋਵੇਗਾ। ਇਹ ਸਰੀਰ ਦੇ ਜਾਣ ਤੋਂ ਪਹਿਲਾਂ ਜੇ ਅੱਖਾਂ ਤ੍ਰਿਪਤ ਨਾ ਹੋਈਆਂ ਤੇ ਮੌਤ ਦੁੱਖ ਬਣੇਗੀ। ਇਸ ਸਰੀਰ ਦੇ ਜਾਣ ਤੋਂ ਪਹਿਲਾਂ ਜੇ ਕੰਨ ਸੁਣਨ ਵੱਲੋਂ ਰਜੇ ਨਾ ਤੇ ਇਹ ਜ਼ਿੰਦਗੀ ਦੇ ਅਗਲਾ ਸਫ਼ਰ ਦੁੱਖ ਹੋਵੇਗਾ। ਜੇ ਜਾਣ ਤੋਂ ਪਹਿਲਾਂ ਖਾਣ ਵਾਲੀ ਰਸਨਾ ਤ੍ਰਿਪਤ ਨਾ ਹੋਈ ਤੇ ਮੌਤ ਦੁੱਖ ਦਾ ਕਾਰਨ ਬਣੇਗੀ। ਤੇ ਭਾਈ ਸਾਹਿਬ ਕਹਿੰਦੇ ਨੇ ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ, ਅੱਖਾਂ, ਨਾਸਿਕਾ, ਰਸਨਾ ਤੇ ਕੰਨ, ਇਹਨਾਂ ਦੇ ਰੱਜਣ ਤੋਂ ਬਿਨਾਂ ਮਨੁੱਖ ਸਫਲ ਨਹੀਂ ਹੈ। ਇਹਨਾਂ ਨੂੰ ਸ਼ਾਂਤ ਕਰਨਾ ਹੈ, ਇਹਨਾਂ ਨੂੰ ਰਜਾਉਣਾ ਹੈ, ਤ੍ਰਿਪਤ ਕਰਨਾ ਹੈ। ਹੁਣ ਇਹ ਗੱਲ ਵੱਖਰੀ ਹੈ, ਗੱਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਵੀ ਉਹੀ ਕਰਦੇ ਨੇ। ਜਿਹੜੀ ਚੀਜ਼ ਅਸੀਂ ਸੰਸਾਰ ਵਿੱਚੋਂ ਲੱਭਦੇ ਹਾਂ ਨਾ, ਉਹ ਵੀ ਤ੍ਰਿਪਤੀ ਹੈ।
ਤੇ ਜਿਹੜੀ ਦਾਤ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਿੱਟਾ ਕੱਢਿਆ ਗਿਆ ਜ਼ਿੰਦਗੀ ਦਾ ਹੈ, ਉਹ ਵੀ ਤ੍ਰਿਪਤੀ। ਪਰ ਇਹਦੇ ਵਿੱਚ ਫਰਕ ਬੜਾ ਹੈ। ਸੰਸਾਰ ਦੇ ਅੰਦਰ ਜਿਹੜੀਆਂ ਚੀਜ਼ਾਂ ਅਸੀਂ ਤ੍ਰਿਪਤੀ ਵਾਸਤੇ ਵਰਤਨੇ ਆ, ਉਹ ਇਸ ਤਰ੍ਹਾਂ ਦੀਆਂ ਨੇ ਜਿਵੇਂ ਅੱਗ ਕਿਸੇ ਦੇ ਘਰ ਨੂੰ ਲੱਗੀ ਤੇ ਉਹਨੇ ਲੱਕੜਾਂ ਦੇ ਢੇਰ ਲਿਆ ਕੇ ਉਹਦੇ ਉੱਤੇ ਸਿੱਟਣੇ ਸ਼ੁਰੂ ਕਰ ਦਿੱਤੇ ਵੀ ਅੱਗ ਬੁਝ ਜਾਏਗੀ, ਪਰ ਉਹਨਾਂ ਲੱਕੜਾਂ ਨਾਲ ਅੱਗ ਬੁਝਣ ਦੀ ਬਜਾਏ ਵਧੇਗੀ। ਸਾਡੀ ਜ਼ਿੰਦਗੀ ਦਾ ਨਿਸ਼ਾਨਾ, ਸੰਸਾਰ ਦੇ ਧਨ ਦਾ ਨਿਸ਼ਾਨਾ ਵੀ ਤ੍ਰਿਪਤੀ ਹੈ ਤੇ ਬਾਣੀ ਦਾ ਨਿਸ਼ਾਨਾ ਵੀ ਤ੍ਰਿਪਤੀ ਹੈ। ਵੱਖਰਾ ਨਹੀਂ ਖਿਆਲ ਰੱਖਣਾ, ਕੁਝ ਵੱਖਰਾ ਨਹੀਂ। ਜੋ ਕੁਝ ਇੱਕ ਸੰਸਾਰੀ ਬਾਜ਼ਾਰ ਵਿੱਚੋਂ ਲੱਭ ਰਿਹਾ, ਉਹ ਹੀ ਇੱਕ ਧਾਰਮਿਕ ਨਾਮ ਵਿੱਚੋਂ ਲੱਭ ਰਿਹਾ। ਮੰਜ਼ਿਲ ਦੋਵਾਂ ਦੇ ਇੱਕੋ ਹੈ, ਮੰਜ਼ਿਲ ਵਿੱਚ ਫਰਕ ਹੈ ਹੀ ਨਹੀਂ, ਕਿਉਂਕਿ ਜਿੱਦਣ ਦੇ ਅਸੀਂ ਜਨਮ ਲਿਆ ਅਸੀਂ ਸੁੱਖ ਲੱਭ ਰਹੇ ਹਾਂ, ਸਾਡੀ ਹੋਰ ਕੋਈ ਖੋਜ ਹੀ ਨਹੀਂ। ਕਿਸੇ ਨਾ ਕਿਸੇ ਤਰੀਕੇ ਵਿੱਚ ਭਾਵੇਂ ਕੋਈ ਕਿੱਧਰ ਹੀ ਜਾ ਰਿਹਾ ਹੈ, ਰਸਤਾ ਭਾਵੇਂ ਕੋਈ ਹੈ, ਮੰਜ਼ਿਲ ਸਾਰਿਆਂ ਦੀ ਇੱਕੋ ਹੈ, ਸੁਖੀ ਹੋਣਾ। ਔਰ ਉਸ ਸੁੱਖ ਨੂੰ ਲੱਭਣਾ ਜਿਹਦੇ ਵਿੱਚ ਕਦੀ ਕਮੀ ਨਹੀਂ ਆਉਂਦੀ, ਜਿਹਦੇ ਵਿੱਚ ਕਦੀ ਅਕੇਵਾਂ ਨਹੀਂ ਆਉਂਦਾ, ਜਿਹਦੇ ਵਿੱਚ ਜਿਸ ਸੁੱਖ ਦਾ ਕਦੀ ਖਾਤਮਾ ਨਹੀਂ ਹੁੰਦਾ, ਉਸ ਸੁੱਖ ਦੀ ਖੋਜ ਵਿੱਚ ਸਾਰਾ ਜਗਤ ਤੁਰਿਆ। ਭਾਵੇਂ ਉਹ ਗੁਰਦੁਆਰੇ ਆ ਰਿਹਾ, ਭਾਵੇਂ ਉਹ ਥੀਏਟਰ ਵਿੱਚ, ਕਲੱਬ ਵਿੱਚ ਜਾ ਰਿਹਾ, ਲੱਭ ਦੋਵੇਂ ਸੁੱਖ ਰਹੇ, ਦੋਵਾਂ ਦੀ ਮੰਜ਼ਿਲ ਸੁੱਖ। ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਹਿੰਦੇ, ਜਿਸ ਪਾਸੇ ਬਾਹਰ ਤੁਸੀਂ ਜਾ ਰਹੇ ਹੋ ਉਸ ਪਾਸੇ ਵੱਲ ਤੁਸੀਂ ਥੱਕ ਜਾਓਗੇ, ਅੱਕ ਜਾਓਗੇ। ਸੁੱਖ ਦੀ ਥਾਂ ਤੇ ਜਿਹੜਾ ਤੁਹਾਨੂੰ ਸੁੱਖ ਲੱਗਦਾ ਹੈ, ਉਹ ਅਸਲ ਵਿੱਚ ਦੁੱਖ ਨੇ ਕੱਪੜੇ ਬਦਲੇ ਹੋਏ ਨੇ। ਸੁੱਖ ਦਾ ਲੇਬਲ ਹੈ ਉਹ, ਕੀ ਪਤਾ ਉੱਥੇ ਕੀ, ਬਾਹਰੋਂ ਥੋੜ੍ਹੀ ਪਤਾ ਲੱਗਦਾ, ਬਾਹਰੋਂ ਸੁੱਖ ਦਿਸਦਾ। ਸਾਡੀ ਜ਼ਿੰਦਗੀ ਦਾ ਆਪਣਾ ਤਜਰਬਾ ਹੈ, ਤੁਸੀਂ ਕਦੀ ਵੇਖਣਾ ਜਿਨ੍ਹਾਂ ਦੀ ਜ਼ਿੰਦਗੀ ਅਜੇ ਸ਼ੁਰੂ ਹੋਈ ਉਹਨਾਂ ਦਾ ਗਿਆਨ ਵੱਖਰਾ ਹੈ। ਇੱਕ ਬੱਚਾ 12 ਸਾਲ ਦਾ, ਉਹਦੇ ਤਜਰਬੇ ਵੱਖਰੇ ਨੇ, 16 ਸਾਲ ਵਾਲੇ ਦੇ ਵੱਖਰੇ ਨੇ, 20 ਸਾਲ ਵਾਲੇ ਦੇ ਵੱਖਰੇ, 25 ਵਾਲੇ ਦੇ ਵੱਖਰੇ ਨੇ। ਪਰ ਜਿਹੜਾ ਮਨੁੱਖ 50 ਨੂੰ 60 ਨੂੰ ਪਾਰ ਕਰ ਜਾਂਦਾ ਹੈ, ਉਹਦਾ ਗਿਆਨ ਵੱਖਰਾ ਹੈ। ਤੇ ਉਹਨੂੰ ਜਦੋਂ ਤਹਿ ਦਿਲੋਂ ਪੁੱਛਿਆ ਜਾਏ ਤੇ ਉਹਦੇ ਤਜਰਬੇ ਵਿੱਚੋਂ ਇੱਕ ਗਿਆਨ ਪ੍ਰਗਟ ਹੋਵੇਗਾ ਕਿ ਜ਼ਿੰਦਗੀ ਦੇ ਵਿੱਚ ਮੈਂ ਜਿੰਨੇ ਵੀ ਸੁੱਖ ਲੱਭੇ ਨੇ, ਵੈਸੇ ਤੇ ਉਹ ਦੁੱਖ ਵਿੱਚ ਤਬਦੀਲ ਹੋ ਹੀ ਗਏ, ਤਕਰੀਬਨ ਤਬਦੀਲ ਹੁੰਦੇ ਨੇ। ਪਰ ਜੇ ਉਹ ਬਿਲਕੁਲ ਦੁੱਖ ਵਿੱਚ ਤਬਦੀਲ ਨਹੀਂ ਹੋਏ ਤੇ ਉਹਨਾਂ ਸੁੱਖਾਂ ਦੀ ਕੁਝ ਸਾਲਾਂ ਬਾਅਦ ਮੌਤ ਹੋ ਗਈ। ਇਹ ਫਰਕ ਹੈ ਸੰਸਾਰਕ ਸੁੱਖ ਦਾ ਤੇ ਜਿਹੜਾ ਸੁੱਖ ਗੁਰੂ ਕੋਲੇ, ਬਹੁਤ ਵੱਡਾ ਫਰਕ। ਦੋ ਸ਼ਬਦ ਨੇ, ਕਾਲ ਦੇ ਘੇਰੇ ਵਿੱਚ ਤੇ ਕਾਲ ਤੋਂ ਪਰੇ ਦਾ ਸੁੱਖ। ਇੱਕ ਸੁੱਖ ਐਸਾ ਹੈ ਜਿਹੜਾ ਕਾਲ ਦੀ ਹੱਦ ਵਿੱਚ ਆਉਂਦਾ ਹੈ, ਸਮੇਂ ਦੀ ਹੱਦ ਵਿੱਚ। ਇੱਕ ਸੁੱਖ ਐਸਾ ਉਹ ਕਾਲ ਦੀ ਹੱਦ ਤੋਂ ਬਾਹਰ ਹੈ, ਕਾਲ ਉਹਨੂੰ ਖਾ ਨਹੀਂ ਸਕਦਾ, ਖਤਮ ਨਹੀਂ ਕਰ ਸਕਦਾ। ਇਹ ਫਰਕ ਹੈ ਦੋਵਾਂ ਸੁੱਖਾਂ ਦੇ ਵਿੱਚ। ਤੁਸੀਂ ਕਦੀ ਵੇਖੋਗੇ ਕੁਝ ਸੁੱਖ ਨੇ ਜਿਨ੍ਹਾਂ ਦੀ ਉਮਰ ਕੁਝ ਘੰਟਿਆਂ ਦੀ ਸੰਸਾਰ ਦੇ ਵਿੱਚ ਹੈ, ਕੁਝ ਸੁੱਖ ਨੇ ਜਿਨ੍ਹਾਂ ਦੀ ਉਮਰ ਮਹੀਨਿਆਂ ਤੱਕ ਸੀਮਤ ਹੈ, ਕੁਝ ਸੁੱਖ ਨੇ ਸਾਲਾਂ ਤੋਂ ਬਾਅਦ ਖਤਮ ਹੋ ਜਾਂਦੇ ਨੇ, ਤੇ ਦਹਾਕਿਆਂ ਤੋਂ ਬਾਅਦ ਤੇ ਤਕਰੀਬਨ ਸਾਰੇ ਸੁੱਖ ਖਤਮ ਹੁੰਦੇ ਨੇ। ਆ ਸਭ ਤੋਂ ਵੱਡਾ ਸੁੱਖ ਤੇ ਸਾਡਾ ਸਰੀਰ ਹੈ ਨਾ, ਸਰੀਰ ਦੇ ਵਿੱਚ ਤਾਕਤ ਹੈ, ਸ਼ਕਤੀ ਹੈ। ਅੱਜ ਸੁੱਖ ਦਿੰਦਾ ਹੈ, ਹਰ ਇੱਕ ਰਸ ਦੇ ਰਿਹਾ ਸਰੀਰ। ਅੱਖਾਂ ਵਿੱਚ ਤਾਕਤ ਹੈ, ਕੰਨਾਂ ਵਿੱਚ ਸੁਣਨ ਦੀ ਤਾਕਤ ਹੈ, ਹੱਥਾਂ ਵਿੱਚ ਕੰਮ ਕਰਨ ਦੀ ਹੈ, ਪੈਰਾਂ ਵਿੱਚ ਤੁਰਨ ਦੀ, ਸਾਰੀਆਂ ਤਾਕਤਾਂ ਹਨ ਸਰੀਰ ਵਿੱਚ। ਪਰ ਬਾਬਾ ਫਰੀਦ ਸਾਹਿਬ ਨੇ ਇੱਕ ਥਾਂ ਤੇ ਸ਼ਲੋਕ ਕਿਹਾ ਹੈ, ਉਹ ਕਹਿੰਦੇ ਨੇ, ਫਰੀਦਾ ਚੱਲਣ ਚੱਬਣ ਰਤਨ ਸੇ ਸੁਨੀਅਰ ਬਹਿ ਗਏ। ਚੱਲਣ ਦਾ ਅਰਥ ਹੈ ਪੈਰ। ਕਹਿੰਦੇ ਜਿਹੜੇ ਪੈਰ ਕਦੀ ਥੱਕੇ ਨਹੀਂ ਸਨ, ਅੱਜ ਜਵਾਬ ਦੇ ਗਏ ਤੁਰਨ ਤੋਂ। ਕੀ ਹੋਇਆ? ਸਰੀਰ ਦੇ ਸੁੱਖ ਦੀ ਸਮੇਂ ਨੇ ਮੌਤ ਕਰ ਦਿੱਤੀ, ਖਾਤਮਾ ਕਰ ਦਿੱਤਾ, ਖਾ ਗਿਆ ਸਮਾਂ ਸਰੀਰ ਨੂੰ। ਚੱਲਣ ਚੱਬਣ, ਚੱਬਣ ਦਾ ਅਰਥ ਹੈ ਦੰਦ ਜਿਹਦੇ ਨਾਲ ਕੁਝ ਚੱਬੀਦਾ ਹੈ, ਦੰਦ ਨਿਕਲ ਗਿਆ ਵਿੱਚੋਂ, ਮੌਤ ਹੋ ਗਈ ਨਾ ਸਰੀਰ ਦੀ। ਇੱਕ ਦਿਨ ਨਹੀਂ ਇਹਦਾ ਖਾਤਮਾ ਹੁੰਦਾ, ਸਰੀਰ ਦਿਨੋਂ ਦਿਨ ਮਰਦਾ, ਰੋਜ਼ ਕਮਜ਼ੋਰ ਪੈਂਦਾ ਜਾਂਦਾ। ਚੱਲਣ ਚੱਬਣ, ਚੱਬਣ ਦਾ ਅਰਥ ਹੈ ਦੰਦ,
रतन, रतन का अर्थ है अखां, रत्ना वर्गियां अखां जिहड़ियां ने जिन्हां विच बड़ी ताकत सी, दूरों दूरों वेख लैंदियां सन। हुण एक आदमी सामने आउंदा, उहदी पहचान नहीं आउंदी। एक आदमी आ रहा, चार दिसदे ने, नज़र कमज़ोर पै गई, अखां दी नज़र दी मौत हुंदी जा रही। इस जगत विच सब कुछ घटदा जा रहा। जिन्हें इस कला नूं वेख लिया, उन्हें फिर उहदी खोज कीती जो नहीं घटदा, जो खत्म नहीं हुंदा। चलन चबन रतन से सुनियर, सुनियर का अर्थ है कन्न, सुनने वाले यंत्र। से सुनियर बह गए, बह गए का अर्थ है कमज़ोर हो गए। हेड़े मुती धा से जानी चल गए। अंदरले मन ने रो के कहा भी नाल पहलां तो बड़ी ताकत सी, हुण किधर चले गए। हुण जे ते बुढ़ेपा गल सिर्फ इन्नी सतगुरु अज कह रहे भी जगत उस ब्राह्मण नूं कहंदे घटदा जा रहा। तू वेख इहदे विच कोई चीज़ है जिहड़ी घटे ना, उहदी खोज कर, उहनूं लभ। धर्म निराशता नहीं। आम तौर पर सोचा जाता है भी जिहड़े निराश उदास लोग धर्मी हुंदे ने, नहीं। धर्मी व्यक्ति जिहड़ा है वो सब तो नवीं चीज़ की खोज करता है। आपां कहने धर्म तो पुराना, धर्म कदी दुनिया विच सब तो नवीं चीज़ ही धर्म है, होर सब कुछ पुराना। तुसीं कदी वेखो सब कुछ पुराना। तुसीं उदाहरण ते वेख लो, अज तो 5 साल पहला जिहड़ी अखबार निकली सी, जे सामने आ जाए आपां की कहना लेटेस्ट, पुरानी है, पुरानी हो गई, हुण नहीं है। अज तो 10 साल पहला जिहड़ा कपड़ा सी गया, कहंदे पुराना हो गया, मकान पुराना हो गया, गड्डी पुरानी। जगत है ना सारा पदार्थ। ते 500 साल तो सिख जपजी साहब पढ़ रहा, रोज़ सवेरे उठ के पढ़दा, कभी कहेगा भी जपजी साहब पुराना हो गया? जपजी साहब पुराना नहीं होएगा। इस जगत विच मॉडर्न है ही धर्म सब तो। ये साडा भुलेखा है, साडी खोपरी उल्टी, पुट्ठे लमके हुए हैं। विज्ञान वालियां नूं पुछो, वो कहंदे आदमी सानू लगदा सी सीधे बैठे हैं, धरती नाल लमकिया होया पुट्ठा। असी पुट्ठे लमके हैं। धरती जदों घुमदी है ना, विज्ञान ने दूरों वेख्या जिन, साडे पैर उहदे नाल चंबड़े हुए ने, सिर ते साडा पताल वाले, नीवा सिर। इस करके साडी नज़र भी पुट्ठी, साडी खोपरी ते साडे जिहड़े हिसाब किताब ने कुदरत के नियम के नाल सारे गलत ने। जो कुछ असीं बनाए ने उत्थे हिसाब नहीं चलदा। सच्चाई ते है हिसाब एक गलत। साडे हिसाब किताब, साडी परिभाषा, साडी स्टेटमेंट्स जिन्नियां भी ने, वो साडियां अधूरियां ने, काम चलाउण वास्ते ने। मैथ खुद कहता मैथ ठीक नहीं, हिसाब ठीक नहीं, उहदी एक खोज है। जिन्हां ने मैथ बनाया, हिसाब बनाया, उन्हां दी खोज है। कहंदे सामने हत्थ ते एक दाना रखिया है, कणक दा दाना है। वो पुछदे ने इहदी गिनती किन्नी, वेखण वाला कहंदा 1, वो कहंदे गलत, 1 नहीं है। होर किन्नी गिनती? कहंदे इस दाने दे विच 50 दाने ने, जदों इहनूं बीज दिओ ਇਹਦੇ ਵਿੱਚੋਂ 50 ਨਿਕਲਣਗੇ। ਉਹ ਇਹਦੇ ਵਿੱਚ ਹੀ ਨੇ, ਬਾਹਰੋਂ ਤੇ ਨਹੀਂ ਆਏ ਕਿਤੇ। ਫਿਰ ਉਹਨੂੰ ਪੁੱਛੋ ਇਹ 50 ਨੇ, ਉਹ ਕਹੇਗਾ ਨਹੀਂ, 50 ਦੇ ਵਿੱਚ ਹੋਰ ਸੈਂਕੜੇ ਨੇ, ਫਿਰ ਉਹਨਾਂ ਦੇ ਵਿੱਚ ਹੋਰ। ਗਿਣਤੀ ਸਾਰੀ ਗਲਤ ਹੈ। ਇਸ ਲਈ ਕਲਗੀਆਂ ਵਾਲੇ ਪਾਤਸ਼ਾਹ ਨੇ ਜਾਪ ਸਾਹਿਬ ਵਿੱਚ ਹਿਸਾਬ ਬਾਰੇ ਇੱਕ ਗੱਲ ਕਹੀ। ਉਹ ਕਹਿੰਦੇ ਅਨੇਕ ਹੈ ਫਿਰ ਏਕ ਹੈ। ਇੱਕ ਅਨੇਕ ਹੈ ਤੇ ਅਨੇਕ ਇੱਕ ਹੈ। इस करके इस जगत विच सब तो नवी चीज़ धर्म है। बाकी सारिया चीज़ों नूं समा मारी जा रहा है, पुराना करी जा रहा है। तो भाई गुरदास जी ते कबीर साहब दे उत्ते बहुत उन्होंने कहा है। जिवें कि इस जमीन दे उत्ते मैं एक दिन बेनती की सी, वो विशा विचे रह गया सी। तुसी हर रोज़ गुरु के कीर्तनी सिंघां दे कोलों एक शब्द सुनदे हो कबीर जी दा बसंत राग विच। तो मैं बेनती की सी, इस धरती के उत्ते मनुख ने माया के राही, पदार्थ के राही, मटीरीयल के राही इस जगत नूं पूरी तरह नवां बनाउण दा यतन कीता है। चंगी गल है। इनू चमकाउण दा यतन कीता है, सोने का बनाउण दा यतन कीता है, चंदन का बनाउण दा। मनुख इस आर विच लगा होया है सदियां तो
कि वो जमीन नूं पूरी तरह चमका दे। ਜਿਹੜੇ ਦੇਸ਼ ਇਹਦੇ ਵਿੱਚ ਕਾਮਯਾਬ ਹੁੰਦੇ ਨੇ ਉਹ ਮਾਣ ਨਾਲ ਕਹਿੰਦੇ ਸਾਡੀਆਂ ਸੜਕਾਂ ਵੇਖੋ, ਸਾਡੇ ਬਾਗ ਵੇਖੋ, ਬਗੀਚੇ ਵੇਖੋ। ਆਦਮੀ ਦੀ ਕੋਸ਼ਿਸ਼ ਹੈ ਕਿ ਉਹ ਇਸ ਜਗਤ ਨੂੰ ਪੂਰੀ ਤਰ੍ਹਾਂ ਨਵਾਂ ਬਣਾ ਦੇ ਤੇ ਪੁਰਾਣਾ ਨਾ ਹੋਵੇ। ਸਰੀਰ ਦਾ ਮੈਡੀਕਲ ਐਸਾ ਲੱਭਿਆ ਜਾਏ, ਹੁਣ ਖੋਜ ਹੋ ਰਹੀ ਆਦਮੀ ਬੁੱਢਾ ਨਾ ਹੋਵੇ, ਇਹਦੇ ਉੱਤੇ ਮੈਡੀਕਲ ਖੋਜ ਕਰ ਰਿਹਾ, ਹਿਸਾਬ ਕਰ ਰਿਹਾ। ਐਸੀਆਂ ਚੀਜ਼ਾਂ ਇਹਦੇ ਅੰਦਰ ਸਰੀਰ ਦੇ ਫਿੱਟ ਕੀਤੀਆਂ ਜਾਣ, ਇਹਨੂੰ ਬੁਢਾਪਾ ਨਾ ਖਾਏ, ਕੁਝ ਵੀ ਪੁਰਾਣਾ ਨਾ ਹੋਵੇ। ਪਰ ਸਾਰੀਆਂ ਚੀਜ਼ਾਂ ਅਖੀਰ ਨੂੰ ਮਿੱਟੀ ਵਿੱਚ ਮਿਲਦੀਆਂ ਨੇ। ਕਾਲ ਸਭ ਨੂੰ ਖਾਂਦਾ ਹੈ। ਤੇ ਕਬੀਰ ਸਾਹਿਬ ਕਹਿੰਦੇ ਮੈਂ ਐਸੀ ਧਰਤੀ ਇੱਕ ਸਾਜੀ ਹੈ ਜਿਹੜੀ ਸਦਾ ਹੀ ਖਿੜੀ ਰਹਿੰਦੀ ਹੈ ਤੇ ਚਮਕਦੀ ਹੈ। ਬਸੰਤ ਦਾ ਸ਼ਬਦ ਪਹਿਲਾ ਹੈ, ਮੌਲੀ ਧਰਤੀ ਮੌਲਿਆ ਆਕਾਸ਼। ਕਬੀਰ ਸਾਹਿਬ ਨੇ ਕਿੱਥੋਂ ਬਣਾਇਆ? ਕਾਸ਼ੀ ਵਿੱਚ ਰਹਿੰਦੇ ਸਨ। ਨਾ ਉਹਨਾਂ ਕੋਲ ਸਰਕਾਰ, ਨਾ ਉਹਨਾਂ ਕੋਲ ਸਾਧਨ, ਨਾ ਉਹਨਾਂ ਕੋਲ ਸੋਨਾ ਜਿਹਦੇ ਨਾਲ ਧਰਤੀ ਸੋਨੇ ਦੀ ਬਣਾ ਦੇਣ। ਪਰ ਕਬੀਰ ਸਾਹਿਬ ਕੋਈ ਇਸ ਤਰ੍ਹਾਂ ਦਾ ਮਨੋਕਲਪਿਤ ਗਿਆਨ ਥੋੜ੍ਹੀ ਕਹਿ ਰਹੇ ਨੇ ਵੀ ਧਰਤੀ ਜਿਹੜੀ ਮੌਲੀ ਦਾ ਭਾਵ ਖਿੜੀ ਪਈ ਸਾਰੀ ਕੋਲੋਂ ਬਣਾ ਕੇ। ਮੈਂ ਕੱਲ੍ਹ ਵੀ ਕਿਸੇ ਥਾਂ ਤੇ ਵਿਚਾਰ ਦਰਬਾਰ ਸੀ ਤੇ ਵਿਸ਼ਾ ਸੀ ਸ਼ਬਦ ਗੁਰੂ। ਮੈਂ ਬੇਨਤੀ ਕੀਤੀ ਵੀ ਜਿਹੜਾ ਧਰਮ ਹੈ ਨਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ, ਇਹ ਕੋਈ ਕਲਪਿਤ ਕੀਤੀ ਹੋਈ ਕਵਿਤਾ ਜਾਂ ਅਖਬਾਰ ਨਹੀਂ ਹੈ। ਖਿਆਲ ਰੱਖਣਾ, ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਿਆਨ ਕਹਿੰਦੇ ਹਾਂ, ਇਕੱਲਾ ਜਾਣਕਾਰੀ ਕਹਿੰਦੇ ਹਾਂ, ਤੇ ਫਿਰ ਗੁਰੂ ਕਿਵੇਂ ਕਵਾਂਗੇ? ਦੋ ਚੀਜ਼ਾਂ ਇਕੱਠੀਆਂ ਨਹੀਂ ਹੋ ਸਕਦੀਆਂ। ਗੁਰੂ ਦੇ ਕੋਲ ਜਾਣਕਾਰੀ ਹੈ, ਗੁਰੂ ਜਾਣਕਾਰੀ ਨਹੀਂ ਹੈ। ਖਿਆਲ ਰੱਖ, ਜਾਣਕਾਰੀ ਗਿਆਨ ਗੁਰੂ ਦਾ ਇੱਕ ਛੋਟਾ ਜਿਹਾ ਕਿਣਕਾ ਹੈ, ਨਾ ਕਿ ਉਹ ਗਿਆਨ ਇਕੱਲਾ। ਇਹ ਸਾਡੀ ਸਮਝ ਵਿੱਚ ਫਰਕ ਪੈ ਗਿਆ। ਅਸੀਂ ਆਪ ਭੁਲੇਖੇ ਵਿੱਚ ਪੈ ਗਏ ਵੀ ਗਿਆਨ ਹੈ ਗੁਰੂ ਕੱਲਾ। ਜਾਣਕਾਰੀ ਸਮਝੋ ਤੇ ਸਮਝਾਓ, ਪੜ੍ਹੋ ਤੇ ਪੜ੍ਹਾਓ, ਤੋਤੇ ਬਣੋ ਤੇ ਤੋਤੇ ਬਣਾਓ। ਪੜ੍ਹਾਓ ਲੋਕਾਂ ਨੂੰ ਆਪਸ ਵਿੱਚ। ਗਿਆਨ ਤੇ ਗੁਰੂ ਦੇ ਦਰ ਤੇ ਪਿਆ ਹੋਇਆ ਸਰਦਲ ਦਾ ਇੱਕ ਰੋੜਾ ਹੈ। ਖਿਆਲ ਰੱਖਣਾ, ਗਿਆਨ ਜਾਣਕਾਰੀ ਸਰਦਲ ਤੇ ਦੁਆਰੇ ਦੇ ਉੱਤੇ। ਗਿਆਨ ਤੇ ਉੱਥੋਂ ਉੱਗਦਾ ਜਿੱਥੇ ਗੁਰੂ ਪੈਰ ਰੱਖਦਾ ਹੈ। ਗੁਰੂ ਗਿਆਨ ਥੋੜ੍ਹੀ ਇਕੱਲਾ, ਗੁਰੂ ਜਾਣਕਾਰੀ ਨਹੀਂ, ਗੁਰੂ ਅਖਬਾਰ ਨਹੀਂ, ਗੁਰੂ ਰਸਾਲਾ ਨਹੀਂ। ਪਰ ਅਸੀਂ ਇੱਥੇ ਗਲਤੀ ਕਰਨ ਲੱਗੇ ਹਾਂ ਕਿ ਸ਼ਾਇਦ ਗੁਰੂ ਗਿਆਨ ਹੈ, ਤਰਕ ਹੈ ਗੁਰੂ ਸਿਰ, ਹਿਸਾਬ ਕਿਤਾਬ ਹੈ। ਕਲਮ ਪੈਨ ਜਮੈਟਰੀ ਲੈ ਕੇ ਡਰਾਇੰਗ ਮਾਸਟਰ ਬਣ ਗਿਆ, ਮਿਲਣ ਲੱਗ ਪਿਆ। ਗਿਆਨ ਗੁਰੂ ਦੇ ਚਰਨਾਂ ਦੀ ਇੱਕ ਛੋਟੀ ਜਿਹੀ ਕਿਰਨ ਹੈ, ਉਹਦੇ ਤੋਂ ਲਾਭ ਲਿਆ ਜਾ ਸਕਦਾ, ਕੋਈ ਸ਼ੱਕ ਨਹੀਂ। ਪਰ ਗੁਰੂ ਨੂੰ ਗਿਆਨ ਕਹਿਣਾ ਗੁਰੂ ਦੀ ਤੋਹੀਨ ਹੈ, ਕਿਉਂਕਿ ਗਿਆਨ ਇੱਕ ਮੈਟਰ ਹੈ, ਗਿਆਨ ਇੱਕ ਲੈਸਨ ਹੈ, ਤੇ ਗੁਰੂ ਗ੍ਰੰਥ ਸਾਹਿਬ ਜੀ ਇੱਕ ਸ਼ਖਸੀਅਤ ਨੇ, ਇੱਕ ਹੋਂਦ ਨੇ। ਹੋਂਦ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ। ਔਰ ਇਹ ਸ਼ਬਦ ਵਰਤੇ ਨਾ ਕਿ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਦਾ ਅਰਥ ਹੈ ਸਰੀਰ। ਇਹਦੇ ਉੱਤੇ ਬੜੀ ਬਹਿਸ ਚੱਲਦੀ ਵੀ ਗੁਰੂ ਗ੍ਰੰਥ ਸਾਹਿਬ ਦੇ ਕਿਵੇਂ ਹੋਏ। ਬਹੁਤ ਕੁਝ ਚੱਲਦਾ ਹੈ। ਸਚਾਈ ਤਾਂ ਹੈ ਵੀ ਜਿੱਡਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਗੁਰੂ ਕਿਰਪਾ ਕਰਿਓ ਅਸੀਂ ਉਸ ਤਲ ਤੱਕ ਪਹੁੰਚ ਜਾਈਏ। ਗੁਰੂ ਗ੍ਰੰਥ ਸਾਹਿਬ ਜੀ ਦੇ ਨੇ, ਪਰ ਪੰਜ ਭੌਤਿਕ ਨਹੀਂ। ਖਿਆਲ ਰੱਖਣਾ, ਇਹ ਸਾਨੂੰ ਇੱਥੇ ਵੇਖਣਾ ਪਏਗਾ। ਕਿਤੇ ਆਪਾਂ ਦੋਵੇਂ ਜਣੇ ਗਲਤ ਨਹੀਂ ਜਾ ਰਹੇ। ਗੁਰੂ ਗ੍ਰੰਥ ਸਾਹਿਬ ਜੀ ਦੇ ਹਨ, ਪਰ ਗੁਰੂ ਗ੍ਰੰਥ ਸਾਹਿਬ ਜੀ ਬੋਡੀ, ਉਹ ਦੇ ਕਿਹੜੀ ਹੈ? ਗੁਰੂ ਨਾਨਕ ਦੇਵ ਜੀ ਜਿੱਦਣ ਤੁਰੇ ਸਨ, ਉਹਨਾਂ ਨੂੰ ਉਸ ਦਿਨ ਹੀ ਫਿਕਰ ਪੈ ਗਿਆ ਕਿ ਅੱਜ ਮੈਂ ਇਸ ਪੰਜ ਭੌਤਿਕ ਸਰੀਰ ਵਿੱਚ ਹਾਂ, ਕੱਲ੍ਹ ਨੂੰ ਮੈਂ ਦੂਸਰਾ ਸਰੀਰ ਲੱਭ ਲਾਂਗਾ, ਭਾਈ ਲੈਣਾ, ਤੀਜਾ, ਚੌਥਾ, ਪੰਜਵਾਂ, ਛੇਵਾਂ, 10ਵੇਂ ਤੱਕ ਚਲਾ ਜਾਵਾਂਗਾ, ਫਿਰ ਲੰਮਾ ਨਹੀਂ ਚੱਲਣਾ। ਤੇ ਆ ਜਿਹੜੀ ਦਾਤ ਰੱਬ ਦੇ ਘਰੋਂ ਮਿਲੀ ਏ, ਇਹਨੂੰ ਕਿਹੜੀ ਦੇਹ ਵਿੱਚ ਪਾਵਾਂਗਾ?
कि सुरक्षित हो जाए तो जुगो जुग अटल हो जाए। तवज्जो देना, 2-4 मिनट की गल। गुरु नानक देव जी इस फिक्र विच सन कि जिन्ने चिर देहां दे विच ये शब्द वरती जाएगा 5, 7, 10 देहां तक, फिर किहदे विच रखांगे इस जोत नूं, इस देह नूं, इस ज्ञान नूं जिहड़ा परमात्मा दर तो मिलिया, किहड़ी देह बनावांगे? क्योंकि अगों फिर गुरु डंब चलना। वो वेंदे सन भी जिहड़े हुण 22 मंजियां वाले कल नूं 2200 होने ने, किहनूं कहांगे? ते गुरु नानक देव जी ने अपने रहिंदियां ही एक काम शुरू कर दिता सी। वो काम सी एक देह बनाउणी शुरू कर दित्ती सी अपने रहण वास्ते। वो देह सी गुरमुखी दी, पंजाबी दी। पंजाबी मैनू कहना पैंदा, वैसे गुरमुखी है। गुरु ग्रंथ साहिब जी पंजाबी विच नहीं लिखे हुए, गुरमुखी च लिखे हुए। सोचिए थोड़ा जिहा इस चीज़ नूं। गुरु ग्रंथ साहिब जी पंजाबी विच नहीं लिखे हुए, बोली पंजाबी है, जिहड़ी लिखत है, जिहड़े अखर ने वो पंजाबी नहीं हैं, वो गुरमुखी है। ते गुरमुखी दे अखर गुरु नानक देव जी ने दूजे पातशाह दे नाल मिल के बह के बनाए, आप तैयार किए। ऊड़ा ऐड़ा ईड़ी ये सारे अखर बनाए, बड़े फिक्रमंद होए, कौम बनाई, पंथ बनाया। ये देह आप बनाउणी ते रचनी शुरू कर दी। गुरु नानक देव जी ने बना दी सी देह अपने रहन वास्ते। और जिदन उन्होंने अपनी जोत भाई लहणा जी विच टिकाउणी सी ना, वो जोत उन्होंने किहड़े सिस्टम किहड़े नाल पाई, उधर टिकाई काहदे नाल? वो किहड़ा तरीका सी? वो गुरमुखी दा तरीका सी। गुरमुखी विच पा के दित्ती देह, गुरमुखी दी देह बना दित्ती। इतिहास कहता है कि तित महल जो शब्द होवा, तित महल का मतलब जो गुरु नानक देव जी के समय ते बाणी उचारी गई, जो शब्द होवा, जिहड़ी गुरमुखी की देह बनाई गुरु नानक देव जी ने। तित महल जो शब्द होवा, सो पोथी गुरु अंगद जोग मिली। वो पोथी, वो गुरबाणी गुरु अंगद देव जी नूं दे दित्ती ते अपनी जोत उस बाणी दे राही गुरु अंगद देव जी विच टिका दित्ती। वो सिस्टम गुरमुखी सी। वो देह वे गुरु दी, ध्यान रखना। प्रगट गुरां की देह की है, सारा सुन लेना ध्यान नाल, क्योंकि दूर दूर लोग सुनते हैं। कई बार तो देह शब्द सुन के उन्होंने दौड़ जाना भी ये की होया, गुरु ग्रंथ साहिब दे है, पूरा सुन लेना, नहीं तो भटक जाओगे कई जन्मां तक। गुरु ग्रंथ साहिब जी की देह बनाई, गुरमुखी की देह बनाई। तो जिदन गुरु ग्रंथ साहिब पातशाह जी की संपूर्णता हो गई ना, कलगियां वाले पातशाह ने कर दी संपूर्णता, उस दिन अपनी जिहड़ी जोत सी वो इस गुरमुखी दे विच टिका दी। आत्मा ग्रंथ विच बह गए, गुरबाणी दे चुप करके टिक गए। ते जे कोई देह वाला सिख जिहदे कोल शरीर है, आपां देहधारी ही है ना, सारे शरीर है अपने कोल। हुण जे कोई शरीर वाला बंदा इस बाणी नूं अपने शरीर दे विच कमाउंदा है ना, जपदा है ते नाल कमाउंदा है, उदां शरीर नूं चलाउंदा जिवें बाणी विच लिखिया होया है, ते वो जोत उस सिख दे जीवन विचों प्रगट हो जाती है, जिहड़ी गुरमुखी दे विच पाई हुई है। वो सिख दे चेहरे तो, उहदे कम्मां तो, उहदीआं गल्लां तो, उहदी वेखणी तो, उहदे कम्मां तो पता लग जाएगा, उहदे विचों प्रगट हो जाएगी गल। इहनूं क्या गुरु कलगियां वाले पातशाह ने, खालसा मेरो रूप है खास, खालसे मैं हो करो निवास। गुरु ग्रंथ साहिब जी दे ने शब्द रूप में दे ने, शब्द की बॉडी उन्होंने, शब्दों की दे वे। हुण तो विज्ञान कहन लग पिया, सानू तो मनना ही पैना, क्योंकि आप विज्ञान की बहुती मनने आ, गुरु साहिब की घट। विज्ञान ने सिद्ध कर दिता है कि जिहड़े शब्द निकलते हैं साडे मूँह विचों, निकलदियां सार उन्हां दी एक देह बन जाती, सूक्ष्म दिसदी नहीं, वो आकाश विच उड़ जाती है देह बन के, फिर वो खत्म नहीं होंदी, सदियां तक लगातार हो जाती है, वो नाश नहीं होंदा। हुण जिवें आपां इत्थे बोलने आ, इत्थों हज़ारां मील दूर कोई रेडियो दा तरंगां नूं पढ़दा, वो कितों पकड़दा? शब्दां नूं फड़ लैंदा स्पेस विचों। वो शब्द उस तरह कायम ने, उन्हां दी देह है, उत्थों फड़ के ते बाहर प्रगट कर दिंदा, बाहर लैके आउंदा है।
ਤੇ ਅੱਜ ਤੋਂ ਲੱਖਾਂ ਤੇ ਹਜ਼ਾਰਾਂ ਸਾਲ ਪਹਿਲਾਂ ਜਿੰਨੇ ਸ਼ਬਦ ਬੋਲੇ ਗਏ ਨੇ ਇਸ ਧਰਤੀ ਤੇ, ਉਹ ਸ਼ਬਦ ਸਾਰੇ ਅਜੇ ਤੱਕ ਇਸ ਸਪੇਸ ਵਿੱਚ ਮੌਜੂਦ ਨੇ। ਪਰ ਉਹਨਾਂ ਵਿੱਚ ਪਕੜਨ ਵਿੱਚ ਇੱਕੋ ਹੀ ਨੁਕਸ ਪੈਂਦਾ ਵੀ ਉਹਨਾਂ ਨੂੰ ਨਿਖੇੜਿਆ ਨਹੀਂ ਜਾਂਦਾ ਵੀ ਕੌਣ ਕਿੱਥੇ ਬੋਲ ਰਿਹਾ ਹੈ। ਇਹ ਨਹੀਂ ਪਤਾ ਲੱਗਦਾ ਉਹਨਾਂ ਨੂੰ। ਸ਼ਬਦ ਇੱਥੇ ਜਿਉਂਦੇ ਨੇ ਸਾਰੇ, ਉਹਨਾਂ ਦੀ ਇੱਕ ਦੇਹ ਹੈ, ਸੂਖਸ਼ਮ। ਔਰ ਇਹ ਸਹਿਜੇ ਸਹਿਜੇ ਤੁਸੀਂ ਵੇਖੋਗੇ ਵੀ ਜਿਹੜੇ ਵਿਗਿਆਨ ਵਾਲੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਹਾਰਾ ਲੈਣਗੇ ਅੱਗੇ ਖੋਜ ਕਰਨ ਲਈ। ਹੋਰ ਨਾਸਾ ਵਾਲੇ ਲੈ ਰਹੇ ਨੇ, ਵੈਸੇ ਉਹਨਾਂ ਨੂੰ ਜ਼ਰੂਰਤ ਪੈ ਗਈ, ਕਿਉਂਕਿ ਕੋਈ ਵੀ ਧਰਮ ਦੁਨੀਆ ਦੀ ਆਰੰਭਤਾ ਦੀ ਇੰਨੀ ਵਧੀਆ ਜਾਣਕਾਰੀ ਨਹੀਂ ਦਿੰਦਾ ਜਿੰਨਾ ਗੁਰੂ ਗ੍ਰੰਥ ਸਾਹਿਬ ਵਿੱਚੋਂ ਇਸ ਜਗਤ ਦੀ ਆਰੰਭਤਾ ਬਾਰੇ ਜਾਣਕਾਰੀਆਂ ਮਿਲ ਰਹੀਆਂ ਉਹਨਾਂ ਨੂੰ। ਤਾਂ ਇਸ ਤਰ੍ਹਾਂ ਗੁਰੂ ਅਖਬਾਰ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਇਕੱਲੇ ਗਿਆਨ ਨਹੀਂ ਹਨ। ਗਿਆਨ ਤੇ ਉਹਨਾਂ ਦੇ ਘਰ ਦਾ ਇੱਕ ਛੋਟਾ ਜਿਹਾ ਅੱਗੇ ਦਰਵਾਜ਼ੇ ਤੇ ਪਿਆ ਹੋਇਆ ਰੋੜਾ ਹੈ। ਅਸੀਂ ਗੁਰੂ ਨੂੰ ਗਿਆਨ ਕਹਿਣਾ ਸ਼ੁਰੂ ਕਰ ਦਿੱਤਾ, ਗੁਰੂ ਨੂੰ ਜਾਣਕਾਰੀ ਕਹਿਣਾ ਸ਼ੁਰੂ ਕਰ ਦਿੱਤਾ। ਜਿਹਦੇ ਕੋਲ ਕੋਈ ਵੀ ਜਾਣਕਾਰੀ ਨਹੀਂ, ਮੈਂ ਐਸੇ ਵੀ ਲੋਕ ਵੇਖੇ ਨੇ ਜਿਨ੍ਹਾਂ ਨੂੰ ਪੰਜਾਬੀ ਬੋਲਣੀ ਵੀ ਨਹੀਂ ਆਉਂਦੀ, ਉਹ ਸਮਝਦੇ ਵੀ ਨਹੀਂ। ਉਹਨਾਂ ਤੋਂ ਵੀ ਸੁਣਿਆ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਜਾ ਕੇ ਬਈਦਾ ਸਾਨੂੰ ਸ਼ਾਂਤੀ ਮਿਲਦੀ ਹੈ, ਸਾਨੂੰ ਟਿਕਾ ਮਿਲਦਾ ਹੈ। ਇਹ ਕਈ ਥਾਵਾਂ ਤੇ ਵਾਪਰਿਆ। ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਨ ਵਾਸਤੇ ਜਿੱਥੇ ਸਾਨੂੰ ਗਿਆਨ ਦੀ ਜ਼ਰੂਰਤ ਤਾਂ ਹੈ, ਉੱਥੇ ਇਹ ਬਖਸ਼ਿਸ਼ ਭਾਵਨਾ ਤੇ ਸ਼ਰਧਾ ਦੁਆਰਾ ਵੀ ਸੰਬੰਧ ਹੋ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸਿੱਧਾ। ਜਿਸ ਵਿਅਕਤੀ ਨੂੰ ਕੋਈ ਬਾਹਰੀ ਗਿਆਨ ਨਾ ਵੀ ਹੋਵੇ, ਉਹ ਵੀ ਸੰਪਰਕ ਵਿੱਚ ਆ ਸਕਦਾ, ਸਿੱਧਾ ਆ ਸਕਦਾ, ਬਖਸ਼ਿਸ਼ ਲੈ ਸਕਦਾ ਹੈ। ਇਸ ਕਰਕੇ ਇਸ ਜਗਤ ਦਾ ਨਮੂਨਾ ਜਿਹੜਾ ਮੈਂ ਗੱਲ ਕਰ ਰਿਹਾ ਸੀ, ਇਸ ਜਗਤ ਦੇ ਜਿੰਨੇ ਵੀ ਚੀਜ਼ਾਂ ਨੇ ਉਹਨਾਂ ਦੇ ਸੁੱਖ ਦੀ ਉਮਰਾਂ ਜਿਹੜੀ ਇਹ ਘਟਦੀ ਜਾਂਦੀ ਹੈ, ਉਹ ਖਤਮ ਹੋ ਜਾਂਦੇ ਨੇ, ਸਮਾਪਤ ਹੋ ਜਾਂਦੇ। ਤੇ ਕਬੀਰ ਸਾਹਿਬ ਕਹਿੰਦੇ ਮੈਂ ਇੱਕ ਐਸੀ ਧਰਤੀ, ਕਿਉਂਕਿ ਜਦੋਂ ਮਨ ਖਿੜ ਗਿਆ, ਜਦੋਂ ਆਤਮਾ ਖਿੜ ਗਈ, ਉਦੋਂ ਸਭ ਕੁਝ ਖਿੜ ਗਿਆ, ਬਾਹਰ ਸਾਰਾ ਕੁਝ ਰੰਗਿਆ ਗਿਆ। ਜਦੋਂ ਆਪਣਾ ਆਪ ਹੀ ਬੇਰੰਗੇ ਤੇ ਬਾਹਰੋਂ ਸਾਰਾ ਕੁਝ ਰੰਗ ਕਰੀ ਜਾਓ, ਉਹ ਫਿੱਕਾ ਪੈ ਜਾਂਦਾ। ਇਸ ਲਈ ਉਹ ਕਹਿੰਦੇ ਮੌਲੀ ਧਰਤੀ ਮੌਲਿਆ ਆਕਾਸ਼, ਆਕਾਸ਼ ਵੀ ਖਿੜਿਆ ਉਹਨਾਂ ਦਾ। ਉਹ ਕਿਉਂ ਸਭ ਕੁਝ ਖਿੜਿਆ ਤੇ ਨਵਾਂ ਹੋਇਆ? ਕਹਿੰਦੇ ਘਟ ਘਟ ਮੌਲਿਆ ਆਤਮ ਪ੍ਰਗਾਸ। ਜਦੋਂ ਆਤਮਾ ਦੇ ਵਿੱਚ ਖਿੜਾ ਆ ਗਿਆ ਤੇ ਬਾਹਰ ਸਾਰਾ ਕੁਝ ਖਿੜਨ ਲੱਗ ਪਿਆ। ਫਿਰ ਕਹਿੰਦੇ ਦੁਤੀਆ ਮੌਲੇ ਚਾਰ ਵੇਦ। ਚਾਰ ਵੇਦ ਹਿੰਦੂਆਂ ਦੇ ਚਾਰ ਵੇਦ ਨੇ, ਉਹ ਵੀ ਕਹਿੰਦੇ ਖਿੜੇ ਹੋਏ ਨੇ। ਤੇ ਵੇਦੀਆਂ ਨੂੰ ਪੁੱਛੋ, ਜਿੰਨੇ ਵੇਦੀ ਵੇਦਾਂ ਤੋਂ ਅੱਕੇ ਹੁੰਦੇ ਨੇ, ਉਹਨੇ ਹੋਰ ਕੋਈ ਨਹੀਂ ਅੱਕੇ ਹੁੰਦੇ, ਖਿਆਲ ਰੱਖਣਾ। ਜਿੰਨੇ ਪਾਠੀ ਪਾਠ ਤੋਂ ਅੱਕੇ ਹੁੰਦੇ ਨੇ, ਉਹਨੇ ਦੂਜੇ ਨਹੀਂ ਅੱਕੇ ਹੁੰਦੇ, ਕਿਉਂਕਿ ਰੋਜ਼ ਹੀ ਉਹ ਕਰਨਾ, ਰੋਜ਼ ਹੀ ਕਰਨਾ। ਕਬੀਰ ਸਾਹਿਬ ਕਹਿੰਦੇ ਹੁਣ ਵੇਦ ਵੀ ਖਿੜੇ ਦਿਸਦੇ ਨੇ ਮੈਨੂੰ, ਕਿਉਂਕਿ ਉਹਨਾਂ ਦਾ ਮਨ ਖਿੜਿਆ, ਹੁਣ ਵੇਦ ਵੀ ਖਿੜੇ ਦਿਸਦੇ। ਦੁਤੀਆ ਮੌਲੇ ਚਾਰ ਵੇਦ, ਸਿਮਰਤ ਮੌਲੀ ਸਿਉ ਕਤੇਬ। 27 ਸਿਮਰਤੀਆਂ ਵੀ ਖਿੜੀਆਂ ਹੋਈਆਂ ਨੇ ਕਬੀਰ ਸਾਹਿਬ ਵਾਸਤੇ, ਤੇ ਕਤੇਬਾਂ ਵੀ ਸਾਰੀਆਂ ਇਹ ਵੀ ਖਿੜੀਆਂ ਨੇ। ਸ਼ੰਕਰ ਮੌਲਿਓ ਜੋਗ ਧਿਆਨ। ਸ਼ੰਕਰ ਦਾ ਅਰਥ ਸ਼ਿਵ ਜੀ ਵੀ ਖਿੜਿਆ ਹੋਇਆ। ਵੈਸੇ ਸ਼ਿਵ ਜੀ ਮੌਤ ਦਾ ਦੇਵਤਾ ਹੈ, ਤੁਸੀਂ ਉਹਦੀ ਤਸਵੀਰ ਵੇਖੀ ਹੋਵੇਗੀ। ਉਹਦੇ ਗਲ ਵਿੱਚ ਸੱਪ ਪਾਏ ਹੋਏ ਨੇ, ਸਵਾਹ ਮਲੀ ਹੋਈ ਹੈ, ਲੋਕ ਡਰਦੇ ਨੇ, ਘਬਰਾਉਂਦੇ ਡਰਦੇ ਉਹਦੇ ਤੋਂ। ਕਬੀਰ ਸਾਹਿਬ ਕਹਿੰਦੇ ਸ਼ਿਵ ਜੀ ਵੀ ਖੁਸ਼ ਨਜ਼ਰ ਆਇਆ ਹੈ, ਉਹਨਾਂ ਵਾਸਤੇ ਸ਼ਿਵ ਜੀ ਵੀ ਖੁਸ਼ ਨਜ਼ਰ ਆਉਂਦਾ, ਕਿਉਂਕਿ ਆਪ ਖੁਸ਼ ਹੋ ਗਏ। ਸ਼ੰਕਰ ਮੌਲਿਓ ਜੋਗ ਧਿਆਨ। ਕਬੀਰ ਕੋ ਸੁਆਮੀ ਸਭ ਸਮਾਨ। ਸਾਰਿਆਂ ਦੇ ਵਿੱਚ ਕਬੀਰ ਦੇ ਸੁਆਮੀ ਸਮਾਏ ਹੋਏ ਨੇ। ਕਹਿਣ ਤੋਂ ਭਾਵ ਕੀ ਹੈ, ਇਸ ਜਗਤ ਦੇ ਵਿੱਚ ਅਕਾਲ ਪੁਰਖ ਦਾ ਨਾਮ ਹੀ ਸਿਰਫ ਨਵਾਂ ਹੈ, ਬਾਕੀ ਇਹ ਸਾਰਾ ਕੁਝ ਬਣਦਾ ਰਹਿੰਦਾ ਤੇ ਢਹਿੰਦਾ ਰਹਿੰਦਾ। ਅੱਜ ਦੇ ਸ਼ਬਦ ਵਿੱਚ ਕਬੀਰ ਗੁਰੂ ਨਾਨਕ ਸਾਹਿਬ ਉਸ ਬ੍ਰਾਹਮਣ ਨੂੰ ਸਮਝਾਉਂਦੇ ਨੇ, ਇਹ ਸਭ ਕੁਝ ਬਣਦਾ ਤੇ ਢਹਿੰਦਾ, ਬਣਦਾ ਤੇ ਢਹਿੰਦਾ ਰਹਿੰਦਾ। ਭੰਨ ਭੰਨ ਘੜੀਐ, ਘੜ ਘੜ ਭੱਜੈ। ਕਹਿੰਦੇ ਅਕਾਲ ਪੁਰਖ, ਹੇ ਪੰਡਤ ਜੀ, ਇਹ ਜਗਤ ਸਥਿਰ ਨਹੀਂ, ਇਹ ਬਣਦਾ ਰਹਿੰਦਾ ਤੇ ਟੁੱਟਦਾ ਰਹਿੰਦਾ ਹੈ, ਇੱਕੋ ਜਿਹਾ ਸਦਾ ਕਾਇਮ ਨਹੀਂ ਰਹਿੰਦਾ। ਭੰਨ ਭੰਨ ਘੜੀਐ, ਪਰਮਾਤਮਾ ਨੂੰ ਭੰਨ ਭੰਨ ਕੇ ਫਿਰ ਘੜਦਾ ਹੈ। ਘੜ ਘੜ ਭੱਜੈ, ਫਿਰ ਘੜਦਾ ਤੇ ਫਿਰ ਭੰਨ ਦਿੰਦਾ, ਯਾਨੀ ਕਿ ਬਣਾਉਂਦਾ ਤੇ ਖਤਮ ਕਰ ਦਿੰਦਾ। ਟਾਹੇ ਉਸਾਰੈ ਉਸਰੇ ਟਾਹੇ, ਢਾਹ ਕੇ ਫਿਰ ਉਸਾਰਦਾ ਤੇ ਉਸਾਰਿਆਂ ਨੂੰ ਫਿਰ ਢਾਹ ਦਿੰਦਾ। ਇਸ ਖੇਡ ਵਿੱਚ ਲੱਗਾ ਹੋਇਆ। ਫਿਰ ਕਹਿੰਦੇ ਸਰ ਭਰ ਸੁਖ ਹੈ,
ਵੀ ਭਰ ਭੁੱਖ ਹੈ। ਸਰ ਦਾ ਅਰਥ ਹੈ ਸਰੋਵਰ। ਇਸ ਜਗਤ ਰੂਪੀ ਸਮੁੰਦਰ ਨੂੰ ਕਦੀ ਭਰ ਦਿੰਦਾ ਉਹ। ਇੱਥੇ ਬਹੁਤ ਸਾਰੇ ਜੀਵ ਪੈਦਾ ਕਰ ਦਿੰਦਾ। ਸੁੱਖ ਹੈ ਫਿਰ ਇਹਨੂੰ ਸੁਕਾ ਦਿੰਦਾ, ਯਾਨੀ ਕਿ ਸ੍ਰਿਸ਼ਟੀ ਨੂੰ ਖਤਮ ਕਰ ਦਿੰਦਾ। ਇਹ ਉਹਦੀ ਖੇਡ ਚੱਲ ਰਹੀ ਹੈ। ਫਿਰ ਕਹਿੰਦੇ ਵੀ ਭਰ ਭੁੱਖ ਹੈ, ਫਿਰ ਉਹਨੂੰ ਭਰ ਕੇ ਫਿਰ ਖਾਲੀ ਕਰ ਦਿੰਦਾ। ਸਮਰੱਥ ਬੇਪਰਵਾਹ ਹੈ। ਉਹ ਬੜਾ ਸਮਰੱਥ ਵੀ ਹੈ ਤੇ ਬੇਪਰਵਾਹ ਹੈ। ਇਸ ਸਾਰੇ ਕੁਝ ਤੋਂ ਕਦੀ ਉਹ ਅਕੇਵੇਂ ਵਿੱਚ ਨਹੀਂ ਜਾਂਦਾ। ਹਜ਼ੂਰ ਕਹਿੰਦੇ ਭਰਮ ਭੁਲਾਨੇ ਭਏ ਦੀਵਾਨੇ, ਵਿਣ ਭਾਗਾਂ ਕਿਆ ਪਾਈਐ। ਪਰ ਇਸ ਜਗਤ ਦੇ ਵਿੱਚ ਹੁਣ ਦੋ ਤਰ੍ਹਾਂ ਦੇ ਲੋਕ ਰਹਿੰਦੇ ਨੇ। ਅੱਗੇ ਕਹਿਣਗੇ ਇੱਕ ਉਹ ਨੇ ਜਿਹੜੇ ਇਸ ਜਗਤ ਦੀ ਖੇਡ ਵਿੱਚ ਪੈਦਾ ਹੋਏ ਤੇ ਅਕਾਲ ਪੁਰਖ ਨੇ ਉਹਨਾਂ ਦੇ ਅੰਦਰ ਇੱਕ ਮਨ ਰੂਪੀ ਸ਼ਕਤੀ ਬਣਾਈ ਤੇ ਉਹਨਾਂ ਨੇ ਸੋਚ ਲਿਆ ਵੀ ਅਸੀਂ ਸਦਾ ਵਾਸਤੇ ਕਾਇਮ ਰਹਿਣਾ। ਭੁਲੇਖੇ ਵਿੱਚ ਪੈ ਗਏ, ਭਰਮ ਵਿੱਚ ਪੈ ਗਏ। ਭਰਮ ਭੁਲਾਨੇ ਭਏ ਦੀਵਾਨੇ। ਦੀਵਾਨੇ ਦਾ ਅਰਥ ਹੈ ਕਮਲੇ। ਉਹਨਾਂ ਨੂੰ ਬਣਾਉਣ ਵਾਲਾ ਰਚਣ ਵਾਲਾ ਭੁੱਲ ਗਿਆ, ਉਹਦੇ ਨਾਮ ਤੋਂ ਦੂਰ ਚਲੇ ਗਏ, ਜਿਹਦੇ ਕਰਕੇ ਕਹਿੰਦੇ ਕਮਲੇ ਹੋ ਗਏ। ਬਿਨ ਸ਼ਬਦੇ ਜਗ ਕਮਲਾ ਫਿਰੈ। ਨਾਮ ਤੋਂ ਬਿਨਾ ਇਹ ਜਗਤ ਟੁੱਟ ਕੇ ਆਪਣੇ ਆਪ ਨੂੰ ਸਮਰੱਥ ਸਮਝ ਕੇ ਕਮਲਾ ਹੋ ਜਾਂਦਾ ਹੰਕਾਰ ਦੇ ਵਿੱਚ। ਹੁਣ ਇਸ ਜਗਤ ਦਾ ਨਕਸ਼ਾ ਦੱਸ ਦੇ। ਇੱਥੇ ਦੋ ਤਰ੍ਹਾਂ ਦੇ ਲੋਕ ਨੇ। ਇੱਕ ਇਸ ਜਗਤ ਨੂੰ ਸੱਚ ਸਮਝ ਕੇ ਪਕੜ ਲੈਂਦੇ ਨੇ ਤੇ ਇਹਦੇ ਪਿੱਛੇ ਕਮਲੇ ਹੋ ਜਾਂਦੇ ਨੇ। ਬਿਨ ਭਾਗਾਂ ਕਿਆ ਪਾਈਐ, ਕਿਉਂਕਿ ਉਹਨਾਂ ਦੇ ਭਾਗਾਂ ਦੇ ਵਿੱਚ ਉੱਤਮਤਾ ਨਹੀਂ। ਉਹ ਇਸ ਜਗਤ ਦਾ ਮੁੱਖ ਕਾਰਜ ਕਿਵੇਂ ਕਰਨ, ਭਾਵ ਨਾਮ ਨਾਲ ਕਿਵੇਂ ਜੁੜਨ, ਇਹਦੇ ਤੋਂ ਟੁੱਟ ਜਾਂਦੇ ਨੇ। ਪਰ ਦੂਜੇ ਪਾਸੇ ਦੂਸਰਾ ਹਿੱਸਾ ਕਹਿੰਦੇ ਨੇ ਗੁਰਮੁਖ ਗਿਆਨ ਡੋਰੀ ਪ੍ਰਭ ਪਕੜੀ। ਜਿਨ੍ਹਾਂ ਤੇ ਗੁਰੂ ਦੀ ਰਹਿਮਤ ਹੋਈ ਉਹਨਾਂ ਨੇ ਗੁਰੂ ਦੇ ਗਿਆਨ ਦੀ ਡੋਰੀ ਫੜ ਲਈ। ਗੁਰੂ ਦੇ ਗਿਆਨ ਦੀ ਡੋਰੀ, ਉਹ ਗੁਰੂ ਦੇ ਦਿੱਤੇ ਹੋਏ ਬਖਸ਼ਿਸ਼ ਕੀਤੇ ਹੋਏ ਗਿਆਨ ਦੇ ਨਾਲ ਜਾਗ ਪਏ। ਉਹਨਾਂ ਨੂੰ ਪਤਾ ਲੱਗ ਗਿਆ ਇਸ ਜਗਤ ਵਿੱਚ ਆਉਣ ਦਾ ਸਾਡਾ ਮਨੋਰਥ ਕੀ, ਕਿਉਂ ਆਇਆ, ਸਾਡਾ ਮੁੱਖ ਕਾਰਜ ਕੀ। ਜਿੰਨਾ ਚਿਰ ਉਹਦੀ ਸਮਝ ਨਹੀਂ ਆਉਂਦੀ ਇਸ ਜਗਤ ਦੇ ਵਿੱਚ ਅਸੀਂ ਭਟਕਦੇ ਰਹਿੰਦੇ ਹਾਂ। ਪੂਰੇ ਸਤਿਗੁਰੂ ਨੇ ਸਾਨੂੰ ਖਬਰ ਦਿੱਤੀ ਕਿ ਇਸ ਜਗਤ ਦੇ ਵਿੱਚ ਤੁਸੀਂ ਕਿਉਂ ਆਏ ਹੋ। ਸਭ ਤੋਂ ਪਹਿਲਾਂ ਇਹ ਸਮਝੋ, ਜਿਵੇਂ ਇੱਕ ਆਦਮੀ ਕਿੰਨਾ ਸਫ਼ਰ ਕਰਕੇ ਬਾਜ਼ਾਰ ਵਿੱਚ ਜਾਂਦਾ, ਉੱਥੋਂ ਕੁਝ ਨਾ ਕੁਝ ਖਰੀਦਣਾ ਸੀ, ਉਹ ਚੇਤਾ ਭੁੱਲ ਗਿਆ ਬਾਜ਼ਾਰ ਵਿੱਚ ਜਾਂਦਿਆਂ ਸਾਰ। ਸਾਡੀ ਹਾਲਾਤ ਉਹ ਹੈ। ਅਸੀਂ ਬੜੀਆਂ ਦੁਕਾਨਾਂ ਵੇਖੀਆਂ ਨੇ ਪਰ ਕੰਮ ਦੀ ਚੀਜ਼ ਅੱਜ ਤੱਕ ਨਹੀਂ ਖਰੀਦੀ। ਕਈ ਕੁਝ ਖਰੀਦਿਆ ਜਿਹਨੇ ਸਾਨੂੰ ਰਜਾਇਆ ਹੀ ਨਹੀਂ, ਜਿਹਦੇ ਨਾਲ ਆਪਾਂ ਤ੍ਰਿਪਤ ਨਹੀਂ ਹੋਏ। ਉਹ ਸੌਦਾ ਹੈ ਜਿਹਨੂੰ ਸਤਿਗੁਰੂ ਕਹਿੰਦੇ ਗੁਰਮੁਖ ਸ਼ਬਦ ਪੂੰਜੀ ਨਾਮ ਵਿਸਾਹੋ। ਨਾਮ ਦਾ ਸੌਦਾ ਖਰੀਦਣ ਵਾਸਤੇ ਇੱਥੇ ਆਏ ਸੀ। ਜਿਨ੍ਹਾਂ ਦੇ ਅੰਦਰ ਗੁਰੂ ਨੇ ਗਿਆਨ ਬਖਸ਼ਿਸ਼ ਕੀਤਾ, ਸੋਝੀ ਦਿੱਤੀ, ਉਸ ਡੋਰੀ ਨੂੰ ਫੜ ਕੇ ਗੁਰਮੁਖ ਗਿਆਨ ਡੋਰੀ ਪ੍ਰਭ ਪਕੜੀ। ਜਿਨ ਖਿੰਚਾ ਤਿਨ ਜਾਈਐ। ਤੇ ਫਿਰ ਜਦੋਂ ਕੋਈ ਮਨੁੱਖ ਆਪਣੇ ਗਲੇ ਦੇ ਵਿੱਚ ਗੁਰੂ ਦੇ ਗਿਆਨ ਦੀ ਡੋਰੀ ਪਾ ਕੇ ਆਪਣੇ ਗੁਰੂ ਦੇ ਹੱਥਾਂ ਵਿੱਚ ਦੇ ਦਿੰਦਾ ਹੈ, ਫਿਰ ਪੂਰਾ ਗੁਰੂ ਉਹਨੂੰ ਸਿੱਧੇ ਰਾਹਾਂ ਤੇ ਤੋਰਦਾ ਹੈ। ਉਹਨੂੰ ਸਮਝ ਆ ਜਾਂਦੀ ਜ਼ਿੰਦਗੀ ਦਾ ਰਾਜ ਕੀ ਹੈ, ਆਪਾਂ ਇਸ ਜਗਤ ਵਿੱਚ ਕਿਉਂ ਆਏ ਹਾਂ, ਕੀ ਕੰਮ ਹੈ ਸਾਡਾ। ਨਹੀਂ ਤਾਂ ਬਸ ਮਨੁੱਖ ਇਸੇ ਰਿਪੀਟਿੰਗ ਵਿੱਚ ਫਸਿਆ ਰਹਿੰਦਾ ਹੈ। ਖਾਣਾ ਪੀਣਾ ਸੌਣਾ ਹੱਸਣਾ ਵਿਸਰ ਗਿਆ ਹੈ ਮਰਨਾ। ਖਸਮ ਵਿਸਾਰ ਖੁਆਰੀ ਕੀਨੀ ਧ੍ਰਿਗ ਜੀਵਨ ਨਹੀਂ ਰਹਿਣਾ। ਬਸ ਸਵੇਰੇ ਉੱਠੇ, ਖਾ ਪੀ ਲਿਆ, ਕੰਮ ਕੀਤਾ, ਗੱਲਬਾਤ ਕੀਤੀ, ਸ਼ਾਮ ਨੂੰ ਸੌਂ ਗਏ, ਸਵੇਰੇ ਫਿਰ ਉੱਠ ਪਏ। ਇਸ ਜਗਤ ਦੇ ਗਿਆਨ ਦੇ ਅਨੁਸਾਰ ਤੇ ਜ਼ਿੰਦਗੀ ਇਹੀ ਲੱਗਦੀ ਸਿਰਫ। ਪਰ ਜਿਹੜੇ ਪ੍ਰਭੂ ਦੇ ਪਿਆਰੇ ਨੇ ਉਹਨਾਂ ਨੇ ਇਸ ਜ਼ਿੰਦਗੀ ਦਾ ਮਨੋਰਥ ਸਮਝਿਆ ਕਿ ਇਸ ਜਗਤ ਦੇ ਵਿੱਚ ਜਿੱਥੇ ਆਪਾਂ ਸੰਸਾਰ ਵਿੱਚ ਰਹਿਣ ਵਾਸਤੇ ਗੁਜ਼ਾਰੇ ਵਾਸਤੇ ਕੰਮ ਕਰਨਾ ਹੈ, ਉਹਦੇ ਨਾਲ ਨਾਲ ਅਸੀਂ ਜਾਣ ਤੋਂ ਪਹਿਲਾਂ ਸਵਾਸਾਂ ਦੇ ਨਾਲ ਨਾਮ ਦੀ ਪੂੰਜੀ ਇਕੱਠੀ ਕਰ ਲੈਣੀ, ਉਹਦੀ ਯਾਦ ਦੀ। ਫਿਰ ਉਹ ਇੱਥੋਂ ਧਨਵਾਨ ਹੋ ਕੇ ਐਸੀ ਅਵਸਥਾ ਵਿੱਚ ਆ ਜਾਂਦੇ ਕਿ ਜਿਨੇ ਨਾਮ ਧਿਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਪਰੇ। ਉਹ ਲੋਕ ਜਿਨ੍ਹਾਂ ਨੇ ਆਪਣੇ ਗਲੇ ਦੇ ਅੰਦਰ ਡੋਰੀ ਪਾ ਕੇ ਗੁਰੂ ਦੇ ਹੁਕਮ ਦੀ ਗੁਰੂ ਦੇ ਹੱਥਾਂ ਵਿੱਚ ਦੇ ਦਿੱਤੀ ਤੇ ਜਿੱਧਰ ਸਤਿਗੁਰੂ ਨੇ ਕਿਹਾ ਉਧਰ ਨੂੰ ਤੁਰੇ ਹਨ।
हजूर कहते हर गुण गाए सदा रंग राते। वो सदा ही दिन रात वाहगुरू दे गुण राग गा गा के उहदे प्रेम दे विच रंगे रहिंदे ने, उहदी याद विच टिके रहिंदे हन। बहुड़ न पछोताइए, ते फिर उन्हां नूं पछतावा नहीं हुंदा, कदी नहीं झुरदे। क्योंकि जिहड़ा मुख कारज झुरदा आदमी होवे, जिहड़ा काम जिहड़ा करन आया सी वो विचे रह गया, वो झोरे विच जाएगा। पर जिन्हां ने अपना कारज संपूर्ण कर लिया वो क्यों झुरनगे, उन्हां नूं पछताउणा नहीं पैंदा। हजूर कहंदे भब्बे भल है गुरमुख बूझै है, तां निज घर वासा पाइए। भब्बे शब्द तो उपदेश देंदे ने, वो भालें दा अर्थ भालना, खोज करनी। वो अपने गुरु दे शब्द दे राहीं अपनी जिंदगी विचों खोज करके अपने ही शरीर जीवन विचों निज घर लभ लैंदे, जिहदे विच सदैव टिकाव हुंदा, सदा वास्ते टिकना टिकाणा मिल जाता। इहनूं निज घर किहा बाणी विच, अपना घर। आ जिन्ने घर ने ये आरजी तौर ते सानूं कहना पैंदा है साडा घर है, ਉਹਦਾ नंबर दिता जाता है, फलानी गली विच फलाने महल्ले विच इस थां ते मेरा घर है। सतगुरु कहंदे इस थां ते पता नहीं तेरे तो पहला तेरे बाप दादे पड़दादे किन्ने आए ने, इस घर ने उन्हां नूं किसे नूं नहीं रखिया। किन्ने लोग आए, जिस आसन हम बैठे केते बैस गया। तेरे तो पहला किन्ने लोग इस घर विच आए ने जिथे अज तू रह रहा है। जे तू 1000 साल पिछे नूं जाए तो इस घर दे विच किन्नियां पीढ़ियां लंघ गईयां, पर उन्हां विचों अज इत्थे कोई भी नहीं। की होया, उन्हां दी छोटी मोटी फोटो वो भी दूजी तीजी पीढ़ी दी लभदी, उस तो पहलां तो पता ही नहीं कौन सन कौन नहीं। कदी सोचो अज तो आ जिहड़े गुरमुख प्यारे ने, चलो जिवें अज बाबा दया सिंह जी सुर सिंह वाले उन्हां दी याद विच समागम होया, उन्हां बारे ते असीं कह सकने आ भी बाबा बिधि चंद जी उन्हां तो 11वें थां ते सन। पर मैं अज सोच रहा सी जे कोई कहे भी बाबा बिधि चंद जी तो पहला 4-5 कुलां लभो, कोई वो नहीं लभणगे। वो भी तां आ गए काउंटिंग विच, गिनती दे विच जदों गुरु चरनां विच आए। नहीं तो इस जगत में पता नहीं साढ़े पूर्वज किन्ने आए ने, सानू पता ही नहीं साढ़े 5वीं 6वीं पीढ़ी किहड़ी सी। जिहड़े गुरु नाल जुड़े उन्हां दा फिर भी इत्थे नां थे रहिंदा। इस करके इस जगत दे विच जिहड़ा निज घर है ना, अपना निजी घर, इस घर विच ते कई आए ते कई गए। गुरमुख नाम द्वारा उस घर नूं लभ लैंदे ने ते सदा अमर हो जांदे, उस थां ते सਦੀव रहिंदे, उस निज घर गुरु के शब्द विच टिका कर लैंदे ने। पर आम तौर ते जिहड़े जगत विच आपां संसारी माया दी खिच विच रहिंदे आ, उन्हां बारे हजूर कहंदे भब्बे भौजल मार्ग विखड़ा। इस जगत नूं छड्डण दा मार्ग विखड़ा दा अर्थ कठिन है, औखा है। इनू किवें पार करीदा, कहंदे आस निराशा तरीए। ये औखा तां है कि इस जगत दे वल्लों सानू निराश होना पैंदा है। आस रहत चीज़ां दे विच रहिंदियां चीज़ां दे प्रभाव तो न्यूट्रल होना पैंदा, जिन्हों मुक्त किया गया बाणी विच, मोख किया गया। जगत दे विच रहना, पदार्थ दे विच रहना ते पदार्थ तो दे प्रभाव थले ना आउणा, किन्ना औखा कारज। इस तरह वो लोग आस विच निराश रहिंदे ने। जो नर दुख मैं दुख नहीं माना, सुख स्नेह पै नहीं जाके कंचन माटी माना। फिर कहंदे गुर प्रसादी आपो चीनै, जीवतियां इव मरियै। सतगुरु ने पिछे एक शब्द वरतिया गुर प्रसादी। ये जिन्ना कारज है ना जगत दे विच रह के जगत तो अलग रहना, ये गुर प्रसादी तो बिना नहीं हो सकता। गुरु विच आवे ते उस गुरु की बख्शिश दे नाल ही सानू ये जाच आउंदी है कि इत्थे जगत दे विच रहिंदे इस जगत तो उच्चे किवें उठना है, वखरे किवें रहना। नहीं तो सीधा अपने इस दिमाग कल्ले दी खोज द्वारा इस तरह नहीं हो जाता। कई बार आपां कहने जदों गुरबाणी विच कहा जाता भी मन बेचे सतगुर के पास ते सेवक के कारज रास। उदों कई सज्जन कहते भी जे मन ही छड्ड दिता, सोच विचार ही छड्ड दिती, तो आपां फिर ज्ञान सानू कित्थों मिलेगा।
सानू समझ नहीं आई। सतगुरु सच्चे पातशाह जी कहते भी तू अपना मन तेरा बिल्कुल छोटा है, ਉਹਦੇ ਨਾਲ ਤੈਨੂੰ ਜ਼ਿੰਦਗੀ ਦੀ ਸਮਝ नहीं आनी। ਉਹ मन तू ਮੈਨੂੰ दे दे, मैं ਤੈਨੂੰ अपना मन ਦਿਆਂਗਾ, मैं ਤੈਨੂੰ ਵੱਡਾ मन ਦਿਆਂਗਾ, ਵੱਡਾ ਗਿਆਨ ਦਿਆਂਗਾ, ਉਹਦੇ ਨਾਲ ਤੈਨੂੰ ਸਮਝ ਆਵੇਗੀ। ਉਹਨੂੰ ਕਹਿੰਦੇ ਗੁਰ ਪ੍ਰਸਾਦੀ। ਗੁਰੂ ਦੀ ਕਿਰਪਾ ਦੁਆਰਾ ਆਪੋ ਚੀਨੈ, ਆਪਣੇ ਆਪ ਨੂੰ ਮਨੁੱਖ ਵੇਖ ਲਵੇ। ਜੀਵਤਿਆਂ ਇਵ ਮਰੀਐ, ਉਹਨਾਂ ਲੋਕਾਂ ਦੇ ਫਿਰ इस जगत विच कारज रास हुंदे ने। आओ ये शब्द पढ़िए, सतगुरां दे चरनां विच अरदास करिए। मन बेचै सतगुर कै पास, मन बेचै सतगुर कै पास, मन बेचै सतगुर के पास, मन बेचै सतगुर के पास, मन बेचै सतगुर कै 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 पास। तिस सेवक के कारज रास, 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 तिस सेवक के कारज रास। सेवा करत होए नेह कामी, सेवा करत होए नेह कामी, सेवा करत होए नेह कामी, सेवा करत होए नेह कामी। तिसको होत प्राप्त स्वामी, तिसको होत प्राप्त स्वामी, तिसको होत प्राप्त स्वामी, तिसको